ਦੋਸਤੋ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਵਰਿੰਦਰ ਪਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਹਮੇਸ਼ਾ ਅਸੀਂ ਚਰਚਿਤ ਮਾਮਲਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਨੇ ਆ, ਉਹ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਆ ਜੋ ਪੂਰੇ ਭਖਦੇ ਹੋਣ। ਅੱਜ ਅਸੀਂ ਗੱਲ ਕਰਾਂਗੇ ਬੇਅਦਬੀ ਕਾਂਡ ਨਾਲ ਸੰਬੰਧਿਤ ਜੋ ਵੀ ਮਸਲੇ ਅੱਜ ਕੱਲ੍ਹ ਚੱਲ ਰਹੇ ਨੇ ਉਹਦੇ ਬਾਰੇ ਅਸੀਂ ਵਿਸਥਾਰਪੂਰਵਕ ਤੁਹਾਡੇ ਨਾਲ ਗੱਲ ਕਰਾਂਗੇ। ਕੀ ਹੈ ਨਵੇਂ ਤਾਜ਼ਾ ਹਾਲਾਤ ਇਸ ਮਸਲੇ ਬਾਰੇ, ਅੱਜ ਇਹਨਾਂ ਹੀ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਆਪਾਂ ਇਹਨਾਂ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਪਿੰਟੂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਪਿਛਲੇ ਕੁਝ ਦਿਨਾਂ ਦੇ ਵਿੱਚ ਜੀ ਬੜਾ ਚਰਚਾ ਦੇ ਵਿੱਚ ਰਿਹਾ ਮਸਲਾ ਬੇਅਦਬੀ ਕਾਂਡ ਦਾ। ਬੇਅਦਬੀ ਕਾਂਡ ਦੇ ਸਬੰਧ ਦੇ ਵਿੱਚ ਜੋ ਵੀ ਕੋਰਟ ਨੇ ਜੋ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਆਪਣੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕਰਦੀ ਸੀ, ਉਹਨੂੰ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ ਉਹਦੇ ਸਬੰਧ ਵਿੱਚ ਨਵਾਂ ਫੈਸਲਾ ਆਇਆ। ਸਭ ਤੋਂ ਪਹਿਲਾਂ ਉਹਦੇ ਬਾਰੇ ਤੁਸੀਂ ਦੱਸੋ ਸਾਨੂੰ, ਫਿਰ ਆਪਾਂ ਬੇਅਦਬੀ ਕਾਂਡ ਦਾ ਅਸਲ ਸੱਚ ਕੀ ਸੀ ਉਹਦੇ ਬਾਰੇ ਜਾਣਾਂਗੇ। ਪਿੰਟੂ ਸਾਹਿਬ, ਬੜਾ ਮਾਹੌਲ ਗਰਮ ਆ ਇਸ ਵੇਲੇ। ਹਾਂਜੀ, ਬੇਅਦਬੀ ਕਾਂਡ ਜਿਹੜਾ ਹੋਇਆ ਉਹ ਆਪਣੇ ਆਪ ਵਿੱਚ ਬਹੁਤ ਹੀ ਨਿੰਦਣਯੋਗ ਸੀ ਜੀ। ਮੈਂ ਤੁਹਾਨੂੰ ਕੱਲੇ ਦਿਨ ਦੀ ਰਿਪੋਰਟ ਜਿਹੜੀ ਆ ਉਹ ਸਾਂਝੀ ਕਰੂੰਗਾ ਜੀ, ਪਰ ਉਸ ਤੋਂ ਪਹਿਲਾਂ ਜਿਹੜਾ ਫੌਰੀ ਗੱਲ ਡਿਸਕਸ ਕਰਨ ਵਾਲੀ ਕੋਰਟ ਵਾਲਾ ਮਸਲਾ ਆਪਾਂ ਥੋੜਾ ਡਿਸਕਸ ਕਰ ਲਈਏ। ਕੋਰਟ ਨੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਸਿੰਗਲ ਬੈਂਚ ਸੀ, ਸਿੰਗਲ ਬੈਂਚ ਦਾ ਮਤਲਬ ਇੱਕ ਜੱਜ ਦੀ ਕੋਰਟ, ਉਂਝ ਉੱਥੇ ਡਬਲ ਬੈਂਚ ਵੀ ਹੁੰਦਾ, ਫੁੱਲ ਕੋਰਟ ਵੀ ਹੁੰਦੀ। ਹਾਈ ਕੋਰਟ 'ਚ ਵੀ ਇਸ ਤਰ੍ਹਾਂ ਹੁੰਦਾ, ਸੁਪਰੀਮ ਕੋਰਟ 'ਚ ਵੀ ਇਸ ਤਰ੍ਹਾਂ ਹੁੰਦਾ, ਕੁਝ ਸਪੈਸ਼ਲ ਕੋਰਟਾਂ ਵੀ ਹੁੰਦੀਆਂ। ਜਿਹੜਾ ਸਿੰਗਲ ਬੈਂਚ ਕੋਰਟ ਸੀ ਉਹਨੇ ਫੈਸਲਾ ਦਿੱਤਾ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਵੱਖਰੇ ਟਾਈਮ ਤੇ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਕੋਰਟ ਨੂੰ ਕਿ ਮੈਂ ਜਾਂਚ ਇਹ ਕੀਤੀ ਹੈ, ਉਹਨੇ ਮੂਲੋਂ ਹੀ ਰੱਦ ਕਰ ਦਿੱਤੀ ਸੀ। ਹਾਂਜੀ, ਮੁੱਢੋਂ ਸੁੱਢੋਂ ਹੀ ਰੱਦ ਕਰਤੀ ਕਿ ਇਹ ਰਿਪੋਰਟ ਗਲਤ ਹੈ। ਉਹਨਾਂ ਨੇ ਇਹ ਟਿੱਪਣੀ ਦਿੱਤੀ ਕਿ ਇੱਕ ਪੁਲਿਸ ਅਫਸਰ ਵੱਲੋਂ ਸਿਆਸੀ ਘੋੜ ਸਵਾਰੀ ਕਰਕੇ ਇਹ ਰਿਪੋਰਟ ਤਿਆਰ ਕੀਤੀ ਹੈ, ਜਿਹੜੀ ਨਿਆਂਪਾਲਿਕਾ ਦੀ ਅੱਖਾਂ ਵਿੱਚ ਘੱਟਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਬਦਨੀਤੀ ਨਾਲ ਤਿਆਰ ਕੀਤੀ ਗਈ। ਇਹ ਰਿਪੋਰਟ ਜਿਹੜੀ ਆ ਉਹ ਅਸੀਂ ਮੂਲੋਂ ਰੱਦ ਕਰਦੇ ਹਾਂ। ਹੁਣ ਉਹਦਾ ਫੈਸਲਾ ਜਿਹੜਾ ਡਿਟੇਲ, ਸਿਰਫ ਉਦੋਂ ਇੰਨੀ ਗੱਲ ਸੀ, ਹੁਣ ਡਿਟੇਲ ਫੈਸਲਾ ਜਿਹੜਾ ਸੀਗਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਦੀ ਵੈਬਸਾਈਟ ਤੇ ਪਾਤਾ ਔਰ ਉਸ ਵੈਬਸਾਈਟ ਤੇ ਪਾ ਕੇ ਉਹਨਾਂ ਨੇ ਸਰਕਾਰ ਨੂੰ ਇਹ ਗੱਲ ਕਹੀ ਆ, ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਜਾਂ ਤਾਂ ਸਿੱਟ ਬਣਾ ਲਓ ਹੋਰ 6 ਮਹੀਨਿਆਂ ਦੇ ਵਿੱਚ ਜਾਂ ਫਿਰ ਤੁਸੀਂ ਇਹਦੀ ਜਾਂਚ ਜਿਹੜੀ ਆ ਉਹ ਹਰਿਆਣਾ ਪੁਲਿਸ ਨੂੰ ਦੇ ਦਿਓ। ਤੀਜੀ ਆ ਵੀ ਤੁਸੀਂ ਇਹ CBI ਨੂੰ ਦੇ ਦਿਓ। ਹੁਣ CBI ਤੋਂ ਪਹਿਲਾਂ ਹੀ ਜਾਂਚ ਵਾਪਸ ਲੈ ਲਈ ਗਈ ਸੀ। ਉਹ ਲੰਬਾ ਸਮਾਂ ਇਹ ਟਕੜਕਾ ਚੱਲਦਾ ਰਿਹਾ ਪੰਜਾਬ ਸਰਕਾਰ ਦਾ CBI ਦੇ ਨਾਲ, ਕਦੀ ਜਾਂਚ ਉਹਦੇ ਹਵਾਲੇ ਕਰਤੀ, ਕਦੀ ਵਾਪਸ ਲੈ ਲਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਹੀਂ ਜੀ, ਸਾਡੀ ਪੁਲਿਸ ਜਿਹੜੀ ਆ ਉਹ ਸਮਰੱਥ ਹੈਗੀ ਆ, ਉਹ ਜਾਂਚ ਕਰ ਲੂ ਆਪੇ, ਅਸੀਂ CBI ਤੋਂ ਜਾਂਚ ਨਹੀਂ ਕਰਵਾਉਣਾ ਚਾਹੁੰਦੇ। ਸੋ ਇਸ ਤਰੀਕੇ ਦੀ ਗੱਲ ਸੀਗੀ। ਹੁਣ ਜਿਹੜੇ ਉਹਨੇ 7 ਨੁਕਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੜੇ ਆ, ਜਿਹਦੇ ਬੇਸ ਤੇ, ਜਿਹਨੂੰ ਆਧਾਰ ਮੰਨ ਕੇ ਰਿਪੋਰਟ ਸਾਰੀ ਪੜ੍ਹੀ ਹੋਊਗੀ, ਜਿਹੜੀ ਰਿਪੋਰਟ ਪੇਸ਼ ਕੀਤੀ। ਲਾਸਟ ਚਲਾਨ ਜਿਹੜਾ ਸੀ 9 ਚਲਾਨ ਪੇਸ਼ ਹੋ ਚੁੱਕੇ ਆ, 10ਵਾਂ ਚਲਾਨ ਅਜੇ ਪੇਸ਼ ਨਹੀਂ ਕੀਤਾ। ਤਾਂ ਜਦੋਂ ਹਾਈ ਕੋਰਟ ਨੇ ਇਹ ਕਹਿਤਾ ਕਿ ਇਹ ਰਿਪੋਰਟ ਹੀ ਗਲਤ ਹੈ, ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ, ਤੁਸੀਂ ਨਵੀਂ ਸਿੱਟ ਬਣਾ ਲਓ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਨਵੀਂ ਬਣਾ ਲਓ। ਉਹ 'ਚ ਦੱਸਿਆ ਕਿ ਕਿੰਨੇ ਅਫਸਰ ਪਾਏ ਜਾਣ, ਇਹ ਸਾਰਾ ਕੁਝ ਹੁਣ ਉਹਨਾਂ ਨੇ ਆਪਦੇ ਫੈਸਲੇ ਵਿੱਚ ਗੱਲਾਂ ਕਹੀਆਂ ਹੈਗੀਆਂ। ਪਰ ਉਹਨੇ 7 ਨੁਕਤੇ ਜਿਹੜੇ ਆ ਉਹ ਸਾਹਮਣੇ ਲਿਆਂਦੇ ਆ ਕਿ ਜਿਨ੍ਹਾਂ ਨੁਕਤਿਆਂ ਦੇ ਆਧਾਰ ਦੇ ਉੱਤੇ ਉਹਨੇ ਕਿਹਾ ਕੋਰਟ ਨੇ ਕਿ ਸਾਨੂੰ ਮਜਬੂਰ ਹੋਣਾ ਪਿਆ ਜਾਂ ਸਾਡੇ ਫੈਸਲੇ ਦਾ ਆਧਾਰ ਆ 7 ਨੁਕਤੇ ਹੈਗੇ। ਉਹ 7 ਨੁਕਤਿਆਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਕੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਜੀ ਉਸ ਵੇਲੇ ਜਦੋਂ ਇਹ ਗੋਲੀ ਕਾਂਡ ਹੋਇਆ, ਉਸ ਸਮੇਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀਗਾ ਪ੍ਰਕਾਸ਼ ਸਿੰਘ ਬਾਦਲ, ਉਹ ਫਲਾਣੇ ਅਫਸਰ ਨਾਲ ਗੱਲ ਹੋ ਰਹੀ ਸੀ, ਢਮਕਾਨੇ ਅਫਸਰ ਨਾਲ ਗੱਲ ਹੋ ਰਹੀ ਸੀ, ਟਾਈਮ ਦੱਸਿਆ ਜਾ ਰਿਹਾ ਸੀ ਅੱਧੀ ਰਾਤ ਤੋਂ ਬਾਅਦ ਵਾਲਾ ਟਾਈਮ, ਤੜਕਸਾਰ ਵਾਲਾ ਟਾਈਮ, ਗੋਲੀ ਚੱਲਣ ਤੋਂ 10 ਮਿੰਟ ਪਹਿਲਾਂ ਦੀ ਗੱਲ। ਕੋਰਟ ਕਹਿੰਦੇ ਕਿ
ਮੁੱਖ ਮੰਤਰੀ ਦੀ ਕਿਸੇ ਪੁਲਿਸ ਅਫਸਰ ਦੇ ਨਾਲ ਗੱਲ ਹੋਣੀ ਕੋਈ ਗੁਨਾਹ ਥੋੜੀ ਹੈ। ਉਹ ਮੁੱਖ ਮੰਤਰੀ ਹੈ, ਜ਼ਿੰਮੇਵਾਰ ਬੰਦਾ। ਪੁਲਿਸ ਅਫਸਰ ਵੀ ਜ਼ਿੰਮੇਵਾਰ ਬੰਦੇ ਹੈਗੇ। ਇਹਨਾਂ ਨਾਲ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਆ। ਗੱਲਬਾਤ ਨੂੰ ਆਧਾਰ ਬਣਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਜਾਂ ਕਿਹਨੇ ਨਹੀਂ ਦਿੱਤਾ। ਉਹਨੇ ਮੋਟੇ ਤੌਰ ਤੇ ਗੱਲ ਜਿਹੜੀ ਕਹੀ ਜੀ, ਉਹ ਕਹਿੰਦੇ ਜੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਉਹਦੇ ਲਈ 2 ਜਾਂ 3 ਧਿਰਾਂ ਜ਼ਿੰਮੇਵਾਰ ਹੁੰਦੀਆਂ। ਪਹਿਲੀ ਧਿਰ ਕਿਹੜੀ ਆ, ਜੇ ਕੋਈ ਗੜਬੜ ਹੋ ਜਾਂਦੀ ਹੈ ਤੇ ਜਿਹੜੇ ਮੁਜ਼ਾਹਰਾ ਕਰ ਰਹੇ, ਰੋਸ ਪ੍ਰਗਟ ਕਰ ਰਹੇ ਆ, ਕੋਈ ਧਰਨਾ ਮਾਰ ਕੇ ਬੈਠੇ ਆ, ਉਹ ਜ਼ਿੰਮੇਵਾਰ ਹੁੰਦੇ ਆ ਕਿਸੇ ਵੀ ਘਟਨਾ ਦੇ। ਦੂਜੇ ਜ਼ਿੰਮੇਵਾਰ ਹੁੰਦੇ ਆ ਪੁਲਿਸ ਵਾਲੇ, ਜਿਨ੍ਹਾਂ ਨੇ ਉਸ ਧਰਨੇ ਨੂੰ, ਉਸ ਰੋਸ ਪ੍ਰਦਰਸ਼ਨ ਨੂੰ, ਉਸ ਮੁਜ਼ਾਹਰੇ ਨੂੰ ਟੈਕਲ ਨਹੀਂ ਕੀਤਾ, ਉਸ ਸਿਚੁਏਸ਼ਨ ਨੂੰ ਟੈਕਲ ਨਹੀਂ ਕੀਤਾ, ਉਹਨੂੰ ਉਹਨਾਂ ਦੀ ਪਕੜ ਤੋਂ ਬਾਹਰ ਹੋ ਗਈ, ਜਾਂ ਜ਼ਿੰਮੇਵਾਰ ਉਹ ਆ। ਤੇ ਤੀਜਾ ਜਿਹੜਾ ਪ੍ਰਸ਼ਾਸਨ ਤੁਸੀਂ ਕਹਿ ਸਕਦੇ ਆ, ਜਿਹੜੇ ਚ ਉਹ ਹੁੰਦਾ ਡਿਸਟ੍ਰਿਕਟ ਮੈਜਿਸਟਰੇਟ ਜਾਂ ਮੌਕੇ ਦਾ ਜਿਹੜਾ ਮੈਜਿਸਟਰੇਟ ਹੁੰਦਾ, ਉਹ ਜ਼ਿੰਮੇਵਾਰ ਹੁੰਦਾ। ਇਹ ਰਾਜਨੀਤਿਕ ਬੰਦੇ ਕਿੱਥੋਂ ਆ ਗਏ ਵਿੱਚ? ਤੁਸੀਂ ਰਾਜਨੀਤਿਕ ਬੰਦਿਆਂ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਤੁਹਾਡਾ ਮਕਸਦ ਜਿਹੜਾ ਸੀ ਇਹਦੀ ਜਾਂਚ ਕਰਨਾ ਨਹੀਂ ਸੀਗਾ। ਤੁਹਾਡਾ ਮਕਸਦ ਜਿਹੜਾ ਸੀ ਇਹਦੇ ਲਈ ਜ਼ਿੰਮੇਵਾਰ ਬੰਦਿਆਂ ਨੂੰ ਸਾਹਮਣੇ ਲਿਆਉਣਾ ਨਹੀਂ ਸੀਗਾ। ਸਗੋਂ ਤੁਸੀਂ ਤਾਂ ਇੱਕ ਸਿਆਸੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਬਦਨਾਮ ਕਰਨ ਦੇ ਲਈ, ਉਹਨੂੰ ਟਾਰਗੇਟ ਬਣਾਉਣ ਦੇ ਲਈ ਤੁਸੀਂ ਇਹ ਸਾਰੀ ਜਾਂਚ ਕੀਤੀ ਹੈ। ਇੱਕ ਨੁਕਤਾ ਤਾਂ ਉਹਨਾਂ ਨੇ ਇਹ ਕਿਹਾ, ਇਸ ਗੱਲ ਦੇ ਕਰਨ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਕਲੀਨ ਚਿੱਟ ਮਿਲ ਗਈ ਜੀ। ਬਿਲਕੁਲ ਮਿਲ ਗਈ। ਉਹ ਕਲੀਨ ਚਿੱਟ ਮਿਲੀ ਕੋਰਟ ਵੱਲੋਂ, ਅਜੇ ਲੋਕਾਂ ਵੱਲੋਂ ਮਿਲੀ ਕਿ ਨਹੀਂ ਮਿਲੀ, ਜਾਂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹਿੰਦੇ ਆ ਕਿ ਜੀ ਇਹ ਜਾਗਦੀ ਜੋਤ ਹੈ ਜੀ, 10 ਗੁਰੂਆਂ ਦੀ ਜੋਤ ਆ, ਉਹਦੇ ਵੱਲੋਂ ਮਿਲੀ ਆ ਕਿ ਨਹੀਂ ਮਿਲੀ ਇਹ ਬਾਤ ਦੀ ਗੱਲ ਹੈ। ਪਰ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਅਕਸ਼ੇ ਕੁਮਾਰ ਦਾ ਨਾਮ ਵਿੱਚ ਆਇਆ, ਫਿਲਮ ਸਟਾਰ ਅਕਸ਼ੇ ਕੁਮਾਰ ਦਾ, ਉਹਦੀ ਇੱਕ ਪਿਕਚਰ ਸੀ ਸਿੰਘ ਇਜ਼ ਬਲਿੰਗ, ਇਦਾਂ ਦੀ ਗੱਲ ਕਰਕੇ। ਠੀਕ ਹੈ ਜੀ, ਅਕਸ਼ੇ ਕੁਮਾਰ ਤੇ ਕਿਸੇ ਨਾਲ ਵੀ ਸੰਬੰਧ ਹੋ ਸਕਦਾ ਉਹ ਗੱਲ ਠੀਕ ਹੀ ਹੋਵੇ ਕਿ ਉਹਦੇ ਸਰਸੇ ਵਾਲੇ ਬਾਬੇ ਦੇ ਨਾਲ ਸਿੱਧੇ ਸੰਬੰਧ ਹੋਣ, ਨੇੜਲੇ ਸੰਬੰਧ ਹੋਣ, ਉਹਦਾ ਉਪਾਸ਼ਕ ਵੀ ਹੋ ਸਕਦਾ, ਪੈਰੋਕਾਰ ਵੀ ਹੋ ਸਕਦਾ। ਠੀਕ ਹੈ ਜੀ, ਉਹ ਕੁਝ ਵੀ ਹੋ ਸਕਦਾ। ਪਰ ਤੁਸੀਂ ਅਕਸ਼ੇ ਕੁਮਾਰ ਵਾਲੇ ਮਾਮਲੇ 'ਚ ਸਿੰਘ ਇਜ਼ ਬਲਿੰਗ ਨੂੰ ਮਤਲਬ ਜਾਣ ਬੁੱਝ ਕੇ ਟਾਰਗੇਟ ਬਣਾਇਆ ਤੁਸੀਂ, ਇਹ ਗੱਲ ਵੀ ਕੋਰਟ ਨੇ ਨਾ ਮਨਜ਼ੂਰ ਕਰ ਦਿੱਤੀ। ਜੱਜੀ ਨਹੀਂ ਕੋਰਟ ਨੂੰ ਗੱਲ ਹੈ। ਬਿਲਕੁਲ, ਅਕਸ਼ੇ ਕੁਮਾਰ ਵੀ ਬਰੀ। ਠੀਕ ਹੈ ਜੀ। ਤੀਸਰਾ ਉਹਨਾਂ ਨੇ ਕਿਹਾ ਕਿ ਡੇਰਾ ਸਿਰਸਾ ਜਿਹੜਾ ਸੀਗਾ ਉਹਨੂੰ ਮਾਫੀ ਦਿੱਤੀ, ਜਿਹੜਾ ਮਸਲਾ ਸੀਗਾ। ਉਹ ਕਹਿੰਦੇ ਇਹਦਾ ਕੀ ਸੰਬੰਧ ਇਹਦੇ ਨਾਲ, ਇਹਦਾ ਇਸ ਨਾਲ ਸੰਬੰਧ ਕੀ ਹੋਇਆ? ਡੇਰਾ ਮੁਖੀ ਦੀ ਮਾਫੀ ਵਾਲਾ ਚੱਕਰ ਕੀ ਸੀਗਾ ਕਿ ਡੇਰਾ ਮੁਖੀ ਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੋਸ਼ਾਕ, ਉਦਾਂ ਦੀ ਪੋਸ਼ਾਕ, ਮਿਲਦੀ ਜੁਲਦੀ ਪੋਸ਼ਾਕ ਪਾ ਕੇ ਇੱਕ ਬਹੁਤ ਵੱਡਾ ਬਰਤਨ ਸੀਗਾ, ਉਹ ਕੜਾਹਾ ਜਿਹਾ ਸੀ, ਉਹਦੇ 'ਚ ਉਹਨੇ ਇੱਕ ਤਿਆਰ ਕੀਤਾ, ਕਹਿੰਦਾ ਜੀ ਇਹ ਅੰਮ੍ਰਿਤੀ ਆ, ਇਹ ਵੀ ਅੰਮ੍ਰਿਤ ਆ। ਉਹ ਜਿਹੜਾ ਸੀਗਾ ਨੈਚੁਰਲੀ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰਚਿਆ ਗਿਆ ਸੀਗਾ, ਸਵਾਂਗ ਨਕਲ ਕੀਤੀ ਗਈ ਸੀ, ਉਹ ਭਾਈਚਾਰੇ, ਸਿੱਖ ਭਾਈਚਾਰੇ ਨੂੰ ਬੁਰਾ ਲੱਗਣਾ ਹੀ ਸੀ ਨਾ। ਤੇ ਉਹ ਕਹਿੰਦੇ ਜੀ ਉਹਦਾ ਇਸ ਕਾਂਡ ਨਾਲ ਕੀ ਸੰਬੰਧ ਆ? ਬਾਬਾ ਵੀ ਬਰੀ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਆ ਗਈ ਜੀ, ਉਹਨੇ ਕਿਹਾ ਜੀ ਗਵਾਹਾਂ ਦੇ ਬਿਆਨ ਜਿਹੜੇ ਤੁਸੀਂ ਲਏ ਆ, ਜਿਹੜੇ ਕੰਵਰ ਵਿਜੇ ਪ੍ਰਤਾਪ ਨੇ ਗਵਾਹਾਂ ਦੇ ਬਿਆਨ ਰਿਕਾਰਡ ਕਰਕੇ ਕੋਰਟ ਨੂੰ ਪੇਸ਼ ਕੀਤੇ, ਉਹ ਕਹਿੰਦੇ ਇਹ ਤਾਂ ਲੱਗਦਾ ਕਿ ਗਵਾਹਾਂ ਦੇ ਬਿਆਨਾਂ ਨੂੰ ਤੁਸੀਂ ਆਪਣੇ ਢੰਗ ਨਾਲ, ਇਮੋਸ਼ਨਸ ਨਾਲ, ਆਪਦੇ ਇਮੋਸ਼ਨ ਨਾਲ ਉਹਨਾਂ ਨੂੰ ਪੇਸ਼ ਕੀਤਾ। ਗਵਾਹ ਜਿਹੜਾ ਵਾ ਉਹਦੇ ਬਿਆਨ ਜਦੋਂ ਲੈ ਜਾਂਦੇ ਹੂ ਬਹੂ ਲਿਖਿਆ ਜਾਂਦਾ, ਬਿਲਕੁਲ ਹੂ ਬਹੂ। ਕੋਰਟ ਵਿੱਚ ਵੀ ਇਦਾਂ ਹੁੰਦਾ, ਪੁਲਿਸ ਇਨਕੁਆਇਰੀ 'ਚ ਵੀ ਇਦਾਂ ਹੁੰਦਾ। ਉਹ ਕਹਿੰਦਾ ਪਰ ਜਿਹੜੀ ਤੁਸੀਂ ਰਿਪੋਰਟ ਸਾਨੂੰ ਦਿੱਤੀ ਆ, ਗਵਾਹਾਂ ਦੇ ਬਿਆਨ ਦਿੱਤੇ ਆ, ਇਹ ਤਾਂ ਇੰਜ ਲੱਗ ਰਿਹਾ ਕਿ ਜਿੱਦਾਂ ਤੁਸੀਂ ਉਹ ਆਪਦੀ ਆਬਜ਼ਰਵੇਸ਼ਨ ਆ, ਮੈਂ ਆਬਜ਼ਰਵ ਕਰਦਾ, ਇਹ ਮੈਨੂੰ ਲੱਗਾ। ਇਹ ਉਹਨੇ ਗਵਾਹ ਵੀ ਸਾਰੇ ਕੱਢਤੇ ਬਾਹਰ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਆ ਗਈ ਜੀ ਕੰਵਰ ਵਿਜੇ ਪ੍ਰਤਾਪ ਜਿਹੜਾ, ਉਹ ਕਹਿੰਦੇ ਜੀ ਉਹਦੇ ਤੇ ਸਿੱਧਾ ਇਲਜ਼ਾਮ ਲਾਇਆ ਕੋਰਟ ਨੇ ਕਿ ਭਾਈ ਤੈਨੂੰ ਹੈਗਾ ਮੀਡੀਆ ਦੇ ਵਿੱਚ ਜਾਣ ਦਾ ਸ਼ੌਕ ਜੀ, ਮੀਡੀਆ ਵਿੱਚ ਛਾਏ ਰਹਿਣ ਦਾ ਸ਼ੌਕ ਹੈ, ਤੂੰ ਕਿਸੇ ਸਿਆਸੀ ਦਾ ਖੇਡਣ ਦੀ ਚਾਲ ਵਿੱਚ ਹੈਗਾ, ਤਾਕ ਵਿੱਚ ਹੈਗਾ। ਕੱਲ ਨੂੰ ਤੂੰ ਕਿਸੇ ਹੋ ਸਕਦਾ ਰਾਜਸੀ ਪਾਰਟੀ ਦੇ ਧੱਕੇ ਚੜ੍ਹ ਕੇ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ, ਉਹ ਰਾਜਸੀ ਜ਼ਿੰਮੇਵਾਰੀ, ਸਿਆਸੀ ਜ਼ਿੰਮੇਵਾਰੀ ਜਿਹੜੀ ਆ, ਉਹ ਤੂੰ ਚੁੱਕਣਾ ਚਾਹੁੰਦਾ, ਤੇ ਇਹ ਮਨਜ਼ੂਰ ਨਹੀਂ ਆ ਕੋਰਟ ਨੂੰ। ਤੇਰੀ ਰਿਪੋਰਟ ਚੋਂ ਇਸ ਤਰੀਕੇ ਦੀ ਸਮੈਲ ਆ ਰਹੀ ਹੈ।
ਹੁਣ ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਜੀ ਜਿਹੜਾ ਸੀਗਾ ਇਹ ਪ੍ਰਬੋਧ ਚੰਦਰ ਸੀ ਇੱਕ ਐਡੀਸ਼ਨਲ ਡੀਜੀਪੀ, ਉਹਦੀ ਅਗਵਾਈ ਹੇਠ ਬਣਾਈ ਗਈ ਸੀ ਕਮੇਟੀ, ਉਹਦਾ ਤਾਂ ਕਹਿੰਦੇ ਨਾ ਹੀ ਨਹੀਂ ਆਇਆ ਮੁੜ ਕੇ। ਉਹ ਕਿੱਥੇ ਗਿਆ ਜੀ? ਫਿਰ ਕੱਲਾ ਕਮਰ ਵਿਜੇ ਪ੍ਰਤਾਪ ਤਾਂ ਰਹਿ ਨਹੀਂ ਗਿਆ, ਬਾਕੀ ਬੰਦੇ ਜਿਹੜੇ ਸੀ ਉਹ ਕਿੱਥੇ? ਉਹਨਾਂ ਨੇ ਆਪਦੀ ਕੋਈ ਟਿੱਪਣੀ ਨਹੀਂ ਦਿੱਤੀ, ਉਹਨਾਂ ਨੇ ਆਪਦੇ ਇਸ ਰਿਪੋਰਟ ਦੇ ਉੱਤੇ ਕੋਈ ਸਾਈਨ ਨਹੀਂ ਕੀਤੇ, ਇਸ ਕਰਕੇ ਰਿਪੋਰਟ ਬੁੱਢੋ ਸੁੱਡੋ ਰੱਦ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ, ਉਹ ਕਹਿੰਦੇ ਗੋਲੀ ਕਾਂਡ ਵਾਪਰਿਆ, ਉਹਦੇ ਲਈ ਮੁਜ਼ਾਹਰਾਕਾਰੀ ਜ਼ਿੰਮੇਵਾਰ ਹੋ ਸਕਦੇ, ਉਹਦੇ ਲਈ ਰੋਸ ਕਰਨ ਵਾਲੇ ਜ਼ਿੰਮੇਵਾਰ ਹੋ ਸਕਦੇ, ਉਹਦੇ ਲਈ ਪੁਲਿਸ ਵੀ ਜ਼ਿੰਮੇਵਾਰ ਹੋ ਸਕਦੀ ਹੈ, ਪੁਲਿਸ ਦੇ ਅਫਸਰ ਜ਼ਿੰਮੇਵਾਰ ਹੋ ਸਕਦੇ ਜਿਹਨਾਂ ਨੇ ਗੋਲੀ ਚਲਾਈ ਆ। ਉਹ ਹਾਲਾਤ ਉਹ ਦੇਖੋ ਕੀ ਬਣੇ। ਉਹਨਾਂ ਨੂੰ ਤੁਸੀਂ ਆਪਦੀ ਰਿਪੋਰਟ ਦਾ ਹਿੱਸਾ ਬਣਾਉਣਾ ਸੀਗਾ, ਤੁਸੀਂ ਤਾਂ ਕਹਾਣੀਆਂ ਹੋਰ ਹੀ ਪਾਈ ਗਏ। ਇਸ ਕਰਕੇ ਉਹਨਾਂ ਰਿਪੋਰਟ ਸਾਰੀ ਜਿਹੜੀ ਸੀ ਉਹ ਰੱਦ ਕਰ ਦਿੱਤੀ ਹੈ। ਹੁਣ ਸਰਕਾਰ ਉਹਦੇ ਲਈ ਕੀ ਕਰਦੀ ਹੈ ਕੀ ਨਹੀਂ ਕਰਦੀ ਹੈ, ਸਰਕਾਰ ਦੇ ਸਿਰ ਤੇ ਗੱਲ। ਇੱਕ ਮੇਰਾ ਛੋਟਾ ਜਿਹਾ ਇੱਕ ਸਵਾਲ ਸੀਗਾ ਜੀ, ਜਿਵੇਂ ਆਪਾਂ ਤੁਸੀਂ ਕਹਿੰਦੇ ਆ ਵੀ ਕੋਰਟ ਕਹਿੰਦੀ ਹੈ ਕਿ ਤੈਨੂੰ ਮੀਡੀਆ 'ਚ ਜਾਣ ਦਾ ਸ਼ੌਂਕ ਆ, ਇਹ ਕਿਹੜਾ ਕੋਈ ਪੈਮਾਨਾ ਹੁੰਦਾ? ਇਹ ਵੀ ਆਪਾਂ ਕਿਸੇ ਦਾ ਸ਼ੌਂਕ ਦੇਖ ਲਈਏ ਵੀ ਇਹਨੂੰ ਕਾਹਦਾ ਸ਼ੌਂਕ ਆ। ਮੰਨ ਲਓ ਮੈਨੂੰ ਕਿਸੇ ਚੀਜ਼ ਦਾ ਮੈਨੂੰ ਭੰਗੜਾ ਪਾਉਣ ਦਾ ਸ਼ੌਕ ਆ, ਜਾਂ ਮੈਨੂੰ ਗੱਡੀ ਡਰਾਈਵਿੰਗ ਕਰਨ ਦਾ ਸ਼ੌਕ ਆ, ਇਹਦਾ ਕੋਈ ਪੈਰਾਮੀਟਰ ਜਾਂ ਕੋਈ ਪੈਮਾਨਾ ਆਪਾਂ ਚੈੱਕ ਕਰ ਸਕਦੇ ਹਾਂ ਜੀ ਕਿਸੇ ਦਾ ਸ਼ੌਕ ਕੀ ਹੈ? ਦੇਖੋ, ਇਹ ਕੋਰਟ ਨੇ ਇਹਨੂੰ ਕੇਸ ਨੂੰ ਕਿਵੇਂ ਲਿਆ, ਇਹ ਕੋਰਟ ਜਾਣਦੀ ਹੈ ਤੇ ਕੋਰਟ ਤੋਂ ਉੱਤੇ ਵੀ ਕੋਰਟ ਬੈਠੀ ਹੈ ਜੀ। ਇਹ ਸਿੰਗਲ ਬੈਂਚ ਦੀ ਰਿਪੋਰਟ ਹੈ, ਸਿੰਗਲ ਬੈਂਚ ਦਾ ਫੈਸਲਾ ਡਬਲ ਬੈਂਚ 'ਚ ਵੀ ਜਾ ਸਕਦਾ। ਇਹਨੂੰ ਹਾਈ ਕੋਰਟ ਦੇ ਫੁੱਲ ਬੈਂਚ ਵਿੱਚ ਵੀ ਜਿਹੜਾ ਉਹ ਚੈਲੰਜ ਕੀਤਾ ਜਾ ਸਕਦਾ, ਉੱਥੇ ਨਹੀਂ ਕਰਨਾ ਤੇ ਸੁਪਰੀਮ ਕੋਰਟ 'ਚ ਵੀ ਜਾ ਸਕਦਾ। ਪਰ ਕੋਰਟ ਦੀਆਂ ਇਸ ਤਰੀਕੇ ਦੀਆਂ ਟਿੱਪਣੀਆਂ ਜਿਹੜੀਆਂ ਇਹ ਹੈਰਾਨੀ ਤਾਂ ਪੈਦਾ ਕਰਦੀਆਂ। ਬਿਲਕੁਲ ਜੀ, ਬਿਲਕੁਲ। ਹੁਣ ਕੰਵਰ ਵਿਜੇ ਪ੍ਰਤਾਪ ਨੇ ਕੱਲੇ ਨੇ ਜਾਂਚ ਕੀਤੀ, ਪ੍ਰਬੋਧ ਚੰਦਰ ਲੱਭਿਆ ਹੀ ਨਹੀਂ ਮੁੜ ਕੇ, ਉਹਦੇ ਨਾਲ ਦੇ ਸਾਥੀਆਂ ਨੇ ਉਹਨੂੰ ਕੋਆਪਰੇਟ ਹੀ ਨਹੀਂ ਕੀਤਾ, ਜਾਂ ਉਹਦੇ ਨਾਲ ਦੇ ਸਾਥੀਆਂ ਨੇ ਉਸ ਰਿਪੋਰਟਾਂ ਤੇ ਚਲਾਨਾਂ ਤੇ ਸਾਈਨ ਹੀ ਨਹੀਂ ਕੀਤੇ। ਇਹ ਇੱਕ ਵੱਖਰਾ ਵਿਸ਼ਾ ਹੋ ਸਕਦਾ, ਪਰ ਤੁਸੀਂ ਉਹਦੀ ਇਮਾਨਦਾਰੀ ਤੇ ਇਸ ਤਰੀਕੇ ਨਾਲ ਸ਼ੱਕ ਕਰਦੇ ਪਏ ਹੋ, ਇਹ ਜਿਹੜੀ ਆ ਇਹ ਕੋਰਟ ਦੇ ਲੈਵਲ ਤੇ ਵੀ ਜਿਹੜੀ ਆ ਮੰਦਭਾਗੀ ਗੱਲ ਹੈ। ਠੀਕ ਹੈ ਜੀ, ਅਸੀਂ ਕੋਰਟਾਂ ਨੂੰ ਇਸ ਤਰੀਕੇ ਨਾਲ ਚੈਲੰਜ ਤਾਂ ਨਹੀਂ ਕਰਦੇ, ਪਰ ਕੋਰਟ ਨੇ ਉਹ ਸਪਿਰਿਟ ਨਹੀਂ ਵੇਖੀ ਕਿ ਇਹ ਸੁਤੇ ਸਦਰੀ ਸਾਰਾ ਕੁਝ ਵਾਪਰ ਗਿਆ, ਅਚਨਚੇਤੀ ਨਹੀਂ ਵਾਪਰ ਗਿਆ, ਇਹਦੇ ਪਿੱਛੇ ਇੱਕ ਰੀਜ਼ਨ ਹੈ, ਕਾਰਨ। ਉਹ ਕਾਰਨ ਜਿਹੜਾ ਸੀ ਉਹਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਔਰ ਕੜੀ ਦਰ ਕੜੀ ਜੋੜੀ ਉਹਨੇ। ਹਰ ਚਲਾਨ ਜਦੋਂ ਪੇਸ਼ ਕੀਤਾ ਉਹਦੇ ਦੇਖੋ ਕਿੰਨੇ ਪੁਲਿਸ ਅਫਸਰ ਸਸਪੈਂਡ ਕੀਤੇ, ਗ੍ਰਿਫਤਾਰ ਕੀਤੇ, ਕੋਰਟਾਂ ਵੱਲੋਂ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ ਜਾਂ ਫਿਰ ਜ਼ਮਾਨਤਾਂ ਹੋ ਗਈਆਂ, ਜੇਲ੍ਹ 'ਚ ਵੀ ਉਹਨਾਂ ਨੂੰ ਰਹਿਣਾ ਪਿਆ। ਇਸ ਤਰੀਕੇ ਨਾਲ ਜਿੱਦਾਂ ਉਹਨੇ ਕੜੀ ਦਰ ਕੜੀ ਜੋੜੀ, ਇੱਕ ਜਸੂਸੀ ਨਾਵਲ ਵਾਂਗੂ। ਠੀਕ ਹੈ, ਜਸੂਸੀ ਨਾਵਲ ਕਹਾਣੀਆਂ ਹੁੰਦੀਆਂ, ਪਰ ਇਹ ਤਾਂ ਸਾਰਾ ਕੁਝ ਸੱਚਾ ਸਾਹਮਣੇ ਆਇਆ। ਇੱਥੇ ਇੱਕ ਦੇਖਣ ਵਾਲੀ ਗੱਲ ਇਹ ਵੀ ਆ ਵੀ ਸਿੰਘ ਜੀ ਕਿ ਜਦੋਂ ਸਾਰੀ ਜਿਹੜੀ ਰਿਪੋਰਟ ਆ ਉਹ ਕੰਪਲੀਟ ਹੋ ਗਈ, ਲਾਸਟ ਤੇ ਅਖੀਰ ਉਹਨਾਂ ਨੇ ਚਲਾਨ ਜਿਹੜਾ ਪੇਸ਼ ਕਰਨਾ ਸੀਗਾ ਹਲੇ, ਕੀ ਕੋਰਟ ਨੂੰ ਪਹਿਲੀਆਂ 1-2 'ਚ ਨਹੀਂ ਪਤਾ ਲੱਗਿਆ ਵੀ ਇਹ ਤਾਂ ਇੱਕ ਪਾਸੜ ਹੀ ਜਿਹੜਾ ਇਹਦਾ ਝੁਕਾਅ ਹੈਗਾ ਵਾ, ਕਿ ਉਹ ਉਦੋਂ ਹੀ ਫੈਸਲਾ ਦੇ? ਕਿਉਂਕਿ ਦੇਖੋ ਜਿਵੇਂ ਇਹ ਸਮਾਂ ਲੰਬਾ ਹੋਈ ਜਾਂਦਾ ਤਾਂ ਇਹ ਰਿਪੋਰਟ ਆ ਜਿਹੜੀ ਲੱਗਦਾ ਕਿ ਠੰਡੇ ਬਸਤੇ ਵਾਲੇ ਪਾਸੇ ਜਾ ਰਹੀ ਆ, ਚਲੇ ਗਈ ਆ। ਇਹਦਾ ਲੱਗਦਾ ਵੀ ਹੱਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨੂੰ ਦੇਖਣ ਨੂੰ ਨਹੀਂ ਮਿਲੇਗਾ ਜੀ। ਹੋਰ 7-8 ਮਹੀਨਿਆਂ ਤੱਕ ਇਲੈਕਸ਼ਨਾਂ ਹੈਗੀਆਂ। ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਵਾ ਉਹ ਕੋਈ ਸਿੱਟ ਨਵੀਂ ਬਣਨ ਦੇ ਚਾਂਸਸ ਮੈਨੂੰ ਲੱਗਦੇ ਨਹੀਂ। ਜੇ ਬਣ ਵੀ ਜਾਵੇ ਤੇ 3 ਸਾਲ ਇਸ ਸਿੱਟ ਨੇ ਲਾਏ ਆ, 3 ਉਹ ਵੀ ਲਾਉਣਗੇ। ਹਾਂਜੀ, ਮੈਂ ਤੁਹਾਡਾ ਇਹੀ ਸੁਝਾਅ ਲੈਣਾ ਚਾਹੁੰਦਾ ਸੀ ਕਿ ਕੋਰਟ ਨੂੰ, ਕਿਉਂਕਿ ਕੋਰਟ ਤੇ ਅਸੀਂ ਮਤਲਬ ਕਿੰਤੂ ਪਰੰਤੂ ਨਹੀਂ ਕਰਦੇ, ਪਰ ਅਸੀਂ ਮਤਲਬ ਆਪਸ ਵਿੱਚ ਆ ਜਿਹੜੇ ਇਹਦੇ ਤੇ ਜ਼ਰੂਰ ਮਤਲਬ ਕਰ ਸਕਦੇ ਹਾਂ ਕਿ ਕੀ ਕੋਰਟ ਨੂੰ ਇਹ ਨਹੀਂ ਸੀ ਚਾਹੀਦਾ ਕਿ ਜਦੋਂ ਲੱਗਦਾ ਸੀਗਾ ਕਿ ਉਹਨਾਂ ਨੂੰ ਵੀ ਇੱਕ ਪਾਸੜ ਫੈਸਲੇ ਮਤਲਬ ਉਹਦੀ ਇਨਕੁਆਇਰੀ ਦੇ ਵਿੱਚ ਆ ਰਹੀ ਹੈ ਗੱਲ, ਤਾਂ ਉਦੋਂ ਹੀ ਕੋਰਟ ਕਹਿ ਸਕਦੀ ਸੀ ਵੀ ਨਹੀਂ ਭਾਈ ਇਹ ਤੂੰ ਆਪਦਾ। ਦੇਖੋ, ਇਹ ਬਦਕਿਸਮਤੀ ਹੈ ਜੀ ਭਾਰਤ ਦੇ ਲੋਕਾਂ ਦੀ ਕਿ ਉੱਥੇ ਤੁਸੀਂ ਕੋਰਟ ਦੇ ਵਿੱਚ ਫਰਿਆਦ ਲੈ ਕੇ ਜਾਂਦੇ ਆ ਇਨਸਾਫ ਵਾਸਤੇ, ਤੇ ਕਈ ਪੀੜ੍ਹੀਆਂ ਜਿਹੜੀਆਂ ਉਹ ਮਰ ਮੁੱਕ ਜਾਂਦੀਆਂ, ਇਨਸਾਫ ਨਹੀਂ ਮਿਲਦਾ ਜੀ। ਬਹੁਤ ਸਾਰੇ ਲੋਕ ਇਦਾਂ ਦੇ ਕੇਸ ਅਜੇ ਤੱਕ ਜਿਹੜੇ 100 200 ਸਾਲਾਂ ਤੋਂ ਅਜੇ ਤੱਕ ਕੋਰਟਾਂ ਦੇ ਵਿੱਚ। ਹੈਰਾਨੀ ਵਾਲੀ ਗੱਲ ਆ। ਠੀਕ ਹੈ ਜੀ। ਔਰ ਇਹ ਜੇ ਕੋਰਟ ਨੇ ਇੰਨਾ ਚਿਰ ਉਹਦੀਆਂ ਰਿਪੋਰਟਾਂ ਪੜ੍ਹੀ ਗਏ ਰੱਖੀ ਗਏ ਤੇ ਲਾਸਟ ਚਲਾਨ ਕਰਨ ਤੋਂ ਪਹਿਲਾਂ ਇਹ ਖਾਰਜ ਕਰਤਾ।
ਇਹ ਇੱਕ ਉੱਥੋਂ ਦੇ ਲੋਕਾਂ ਦੀ ਬਦਕਿਸਮਤੀ ਕਹੀ ਜਾ ਸਕਦੀ ਹੈ ਔਰ ਸਿਸਟਮ ਦੀ ਨਾਕਾਮਯਾਬੀ ਕਹੀ ਜਾ ਸਕਦੀ, ਨਾਕਾਮੀ ਕਹੀ ਜਾ ਸਕਦੀ। ਸਿਸਟਮ ਜਿਹੜਾ ਫਾਲਟੀ ਬਹੁਤ ਹੋ ਚੁੱਕਾ, ਉਹਦੇ ਲਈ ਜੱਜ ਵੀ ਬਰੀ ਨਹੀਂ ਕੀਤੇ ਜਾ ਸਕਦੇ, ਉਹ 'ਚ ਵਕੀਲ ਵੀ ਬਰੀ ਨਹੀਂ ਕੀਤੇ ਜਾ ਸਕਦੇ। ਜੋ ਕੁਝ ਹੁੰਦਾ ਉਹ ਸਾਨੂੰ ਪਤਾ ਕਿ ਜੱਜ ਜਿਹੜੇ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ, ਉਹ ਕਿਹਦੇ ਆਖੇ ਲੱਗ ਕੇ ਕੰਮ ਕਰਦੇ ਆ। ਇਹ ਕਿਸੇ ਕੋਲ ਲੁਕੀ ਛਿਪੀ ਗੱਲ ਨਹੀਂ ਹੈ। ਇਹ ਬੇਅਦਬੀ ਕਾਂਡ, ਕੋਟਕਪੂਰਾ ਕਾਂਡ ਆ ਜਿਹੜਾ ਸੀਗਾ, ਉਹਦੇ ਬਾਰੇ ਆਪਾਂ ਥੋੜੀ ਜਿਹੀ ਅੱਗੇ ਕਰਾਂਗੇ ਆਪਾਂ ਵਿਸਥਾਰ ਨਾਲ ਗੱਲ। ਪਰ ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਹੁਣ ਕੈਪਟਨ ਸਰਕਾਰ ਨੂੰ ਇਹ ਗਲੇ ਦੀ ਹੱਡੀ ਬਣ ਚੁੱਕਿਆ ਇਹ ਮਸਲਾ ਜਿਹੜਾ ਹੈਗਾ, ਆਉਣ ਵਾਲੇ ਦਿਨਾਂ 'ਚ ਕੀ ਸਟੈਪ ਹੋ ਸਕਦੇ ਆ? ਉਹ ਇਸ ਚੀਜ਼ ਨੂੰ ਜਾਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਸਕਦੇ ਆ ਜਾਂ ਕੋਈ ਨਵੀਂ ਸੈੱਟ ਬਾਰੇ ਹੀ ਗੱਲ ਕਰ ਸਕਦੇ? ਦੇਖੋ, ਪਹਿਲੀ ਦੀ ਗੱਲ ਇਹ ਹੈ ਕਿ ਕੈਪਟਨ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ, ਬਲੰਡਰ ਜਿਹਨੂੰ ਗਲਤੀ ਅਸੀਂ ਕਹਿੰਦੇ ਆ, ਉਹ ਇਹ ਹੈ ਕਿ ਕੰਵਰ ਵਿਜੇ ਪ੍ਰਤਾਪ ਨੇ ਸਾਬਤ ਕਰ ਦਿੱਤਾ, ਦੱਸਿਆ, ਉਹਨੇ ਰੋ ਰੋ ਕੇ ਕੋਰਟ ਪ੍ਰੈਸ ਨੂੰ ਦੱਸਿਆ ਕਿ ਮੈਨੂੰ ਕੋਆਪਰੇਟ ਨਹੀਂ ਕੀਤਾ ਗਿਆ। ਮੈਂ ਇੰਨੀ ਮਿਹਨਤ ਕੀਤੀ ਆ, ਮੈਨੂੰ ਕੋਆਪਰੇਟ ਨਹੀਂ ਕੀਤਾ ਗਿਆ। ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਆ ਖੁਦ ਪੇਸ਼ ਹੀ ਨਹੀਂ ਹੋਏ ਅਦਾਲਤ ਵਿੱਚ। ਠੀਕ ਹੈ ਜੀ। ਦਿੱਲੀੋਂ ਜਿਹੜੇ ਵਕੀਲ ਲਿਆਂਦੇ ਗਏ ਆ, ਮਹਿੰਗੇ ਵਕੀਲ, 50 ਲੱਖ ਰੁਪਈਆ ਰੋਜ਼ ਦਾ ਉਹਨਾਂ ਦਾ ਖਰਚਾ, 5 ਸਟਾਰ ਹੋਟਲ ਤੋਂ ਘੱਟ ਰਹਿਣ ਨੂੰ ਤਿਆਰ ਨਹੀਂ। ਠੀਕ ਹੈ ਜੀ। ਇਸ ਤਰੀਕੇ ਨਾਲ ਉਹਨਾਂ ਦੀ ਨਾਨ ਕੋਆਪਰੇਸ਼ਨ, ਭਾਵੇਂ ਤਰੀਕ ਹੀ ਪੈ ਜਾਣੀ, ਕੋਰਟਾਂ ਜਾਮ ਹੁੰਦਾ ਨਾ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਆ, ਮੁੜ ਕੇ ਜੱਜ ਸਾਹਿਬ ਕਹਿੰਦੇ ਤਰੀਕ ਪੈ ਗਈ ਜੀ, ਬਿਲਕੁਲ 6 ਮਹੀਨੇ ਦੀ ਫੇਰ ਤਰੀਕ ਪਾ ਦੇਣੀ ਜਾਂ 4 ਮਹੀਨੇ ਦੀ ਫੇਰ ਤਰੀਕ ਪਾ ਦੇਣੀ। ਤੋ ਕੇਸ ਲਮਕੀ ਜਾਂਦੇ, ਉਹ ਕੇਸ ਜਾਣ ਦਿੰਦੇ, ਬੰਦਾ ਆਪੇ ਥੱਕ ਹਾਰ ਕੇ ਕਹਿੰਦਾ ਦਫਾ ਕਰੋ, ਮੈਨੂੰ ਇਨਸਾਫ ਤਾਂ ਮਿਲਣਾ ਨਹੀਂ ਸੀਗਾ, ਮੈਂ ਤਾਂ ਪੈਸੇ ਵੀ ਪੱਟੀ ਜਾਣਾ, ਆਪਦੀ એનર્ਜੀ ਵੀ ਵੇਸਟ ਕਰੀ ਜਾ ਰਿਹਾ, ਸਮਾਂ ਵੀ ਵੇਸਟ ਕਰੀ ਜਾ ਰਿਹਾ, ਮੈਂ ਘਰ ਨੂੰ ਚਲੇ ਜਾਣਾ, ਮੁੜ ਜਾਣਾ। ਛੋਟੇ ਮੋਟੇ ਕੇਸ ਜਿਹੜੇ ਆ ਉਹ ਉਦਾਂ ਹੀ ਹਾਰ ਹੱਪ ਜਾਂਦੇ ਲੋਕੀ। ਜਿਹੜੇ ਕੋਈ ਕਤਲ ਦੇ ਕੇਸ ਆ, ਕੋਈ ਜ਼ਮੀਨੀ ਦਾਅਵਿਆਂ ਦੇ ਕੇਸ ਹੈਗੇ ਆ, ਉਹ ਲੰਮਾ ਸਮਾਂ ਚੱਲਦੇ। ਉਹਦੇ ਪਿੱਛੇ 2 ਰੀਜ਼ਨ ਹੁੰਦੇ ਆ। ਕਤਲ ਜਿਹੜਾ ਤੁਹਾਡੇ ਆਪਣੇ ਦਾ ਹੋਇਆ, ਤੁਹਾਨੂੰ ਚੁੱਭਦੀ ਰਹਿੰਦੀ ਗੱਲ ਕਿ ਮੇਰੇ ਤੋਂ ਖੋਹ ਲਿਆ ਗਿਆ। ਜ਼ਮੀਨ ਜਿਹੜੀ ਆ ਉਹ ਸਾਡੀ ਮਾਈ ਬਾਪ ਆ, ਅਸੀਂ ਉਹਨੂੰ ਕਿਸੇ ਤਰੀਕੇ ਨਾਲ ਵੀ ਉਹ ਛੱਡਣੀ ਨਹੀਂ ਚਾਹੁੰਦੇ। ਇਸ ਕਰਕੇ ਇਹ 2 ਮਾਮਲੇ ਜਿਹੜੇ ਆ ਉਹ ਲੰਮਾ ਸਮਾਂ ਤੱਕ ਚੱਲਦੇ ਹੁੰਦੇ ਆ। ਆਮ ਤੌਰ ਤੇ ਦੂਜੇ ਜਿਹੜੇ ਮਸਲੇ ਆ ਉਹ ਲੋਕਾਂ ਨੂੰ ਥਕਾ ਹੀ ਦਿੰਦੇ ਆ, ਤੇ ਕੋਰਟ ਵੀ ਸ਼ਾਇਦ ਚਾਹੁੰਦੀ ਹੋਊਗੀ ਕਿ ਥੱਕ ਕੇ ਆਪੇ ਘਰੇ ਬਹਿ ਜਾਣਾ। ਇਹ ਜਿਹੜਾ ਮਾਮਲਾ ਹੋਇਆ, ਬਿਨਾਂ ਸ਼ੱਕ ਇਹ ਨਾ ਤਾਂ ਜ਼ਮੀਨ ਨਾਲ ਸੰਬੰਧ ਹੈ, ਨਾ ਇਹਦਾ ਕਿਸੇ ਆਪਣੇ ਦੇ ਕਤਲ ਨਾਲ ਸੰਬੰਧ ਹੈ। ਹਾਂ, ਜਿਹੜੇ 2 ਮੁੰਡੇ ਮਾਰੇ ਗਏ ਉਸ ਗੋਲੀ ਕਾਂਡ ਵਿੱਚ, ਉਹਨਾਂ ਦੇ ਮਾਪਿਆਂ ਨਾਲ ਜੁੜੀ ਹੋਈ ਗੱਲ ਜ਼ਰੂਰ ਹੈ। ਲੋਕਾਂ ਦੀਆਂ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਮਾਈ ਬਾਪ ਕਹਿੰਦੇ ਹੋ, ਸਭ ਕੁਝ ਹੀ ਕਹਿੰਦੇ ਹੋ, ਜਗ ਦੀ ਜੋਤ ਕਹਿੰਦੇ ਹੋ। ਠੀਕ ਹੈ ਜੀ। ਤੁਸੀਂ ਉਹਨੂੰ ਇੱਕ ਮਤਲਬ ਪੂਰਾ ਗੁਰੂ ਕਹਿੰਦੇ ਹੋ, ਸਤਿਕਾਰ ਦਿੰਦੇ ਹੋ, ਤੁਹਾਡੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੋਈਆਂ। ਇਸ ਕਰਕੇ ਇਹਨੂੰ ਇੰਨਾ ਸੌਖੇ ਤਰੀਕੇ ਨਾਲ ਖਤਮ ਤਾਂ ਨਹੀਂ ਕੀਤਾ ਜਾ ਸਕਦਾ। ਜੇ ਕੈਪਟਨ ਸਰਕਾਰ ਨੇ ਪਹਿਲਾਂ ਗਲਤੀਆਂ ਕੀਤੀਆਂ ਤੇ ਉਹ ਸੁਧਾਰ ਲਵੇ, ਚਾਂਸ ਘੱਟ ਹੈ। ਵੋਟਾਂ ਦੇ ਦਿਨਾਂ ਵਿੱਚ ਜਿੱਦਾਂ ਉਹਨਾਂ ਨੇ ਇਸ ਬੇਅਦਬੀ ਕਾਂਡ ਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜੀ ਸੀ, ਹੁਣ ਦੂਜੀਆਂ ਧਿਰਾਂ ਇਸੇ ਮੁੱਦੇ ਨੂੰ ਲੈ ਕੇ ਇਲੈਕਸ਼ਨ ਲੜਨਗੀਆਂ ਤੇ ਕੈਪਟਨ ਦੀ ਮੰਜੀ ਠੋਕਣਗੀਆਂ। ਕੈਪਟਨ ਦੀ ਮੰਜੀ ਵੀ ਠੁੱਕ ਸਕਦੀ ਆ, ਪਰ ਜਿਹੜੀਆਂ ਵਿਰੋਧੀ ਪਾਰਟੀਆਂ ਜਿਨ੍ਹਾਂ ਤੇ ਐਲੀਗੇਸ਼ਨ ਲੱਗ ਰਹੇ ਸੀ ਉਦੋਂ ਦੇ, ਉਹਨਾਂ ਦੇ ਲਈ ਵੀ ਇਹ ਗਲੇ ਦੀ ਹੱਡੀ ਬਣ ਸਕਦੀ। ਬਿਲਕੁਲ, ਦੋਨਾਂ ਤਰ੍ਹਾਂ ਲਈ ਉੱਡੀ ਹੈ, ਦੋਨਾਂ ਤਰ੍ਹਾਂ ਦੀ। ਪਰ ਤੀਜੇ ਦਾ ਕਿਸੇ ਦਾ ਦਾਅ ਨਹੀਂ ਲੱਗਣਾ। ਪਹਿਲਾਂ ਦੱਸ। ਹਾਂਜੀ, ਤੀਜੇ ਦਾ ਨਹੀਂ ਲੱਗ। ਇਹਦੇ ਬਾਰੇ ਜਿਹੜਾ ਇਹ ਮਸਲਾ ਸਾਰਾ, ਰਣਜੀਤ ਸਿੰਘ ਜੀ, ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਸਾਰਾ ਮਸਲਾ ਕੀ ਸੀ, ਇਹ ਕੀ ਕਹਾਣੀ ਕੀ ਬਣੀ ਸੀਗੀ ਉਦੋਂ? ਗੱਲ ਸ਼ੁਰੂ ਹੁੰਦੀ ਜੀ ਬੇਅਦਬੀ ਵਾਲੀ। ਹਾਂਜੀ, ਬਿਲਕੁਲ। ਇਹ ਗੱਲ 2015 ਦੀ ਆ ਜੀ, 6 ਸਾਲ ਪਹਿਲਾਂ। ਹਾਂਜੀ, 1 ਜੂਨ 2015 ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਕੋਟਕਪੂਰੇ ਦਾ ਇੱਕ ਪਿੰਡ ਹੈ ਬੁਰਜ ਜਵਾਹਰ ਸਿੰਘ ਵਾਲਾ, ਉੱਥੋਂ ਦੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ, ਹਾਂਜੀ, ਉਹ ਚੋਰੀ ਕਰ ਲਈ। ਗਾਇਬ ਹੋ ਗਈ ਨਹੀਂ, ਮੈਂ ਕਹਿੰਦਾ ਚੋਰੀ ਕੀਤੀ ਗਈ, ਜਾਣ ਬੁੱਝ ਕੇ ਚੋਰੀ ਕੀਤੀ ਗਈ, ਇੱਕ ਸੋਚੀ ਸਮਝੀ ਸਾਜ਼ਿਸ਼। ਉਹ ਕਿਹਨੇ ਕੀਤੀ, ਕਿਹਨੇ ਨਹੀਂ ਕੀਤੀ, ਤਾਂ ਕੰਵਰ ਵਿਜੇ ਪ੍ਰਤਾਪ ਦੱਸੂਗਾ ਜੀ, ਮੈਂ ਤਾਂ ਨਹੀਂ ਕੋਈ ਦੱਸਣ ਵਾਲਾ। ਮੈਨੂੰ ਇੰਨਾ ਜ਼ਰੂਰ ਪਤਾ ਕਿ ਚੋਰੀ ਹੋਈ ਸੀ ਔਰ ਚੋਰੀ ਦੀ ਰਿਪੋਰਟ ਦਰਜ ਹੋਈ, FIR ਵੀ ਲੌਂਚ ਹੋਈ। ਉਹਦੀ ਰਿਪੋਰਟ ਦੇ ਆਧਾਰ ਤੇ ਹੀ ਗਾਂ ਦੀ ਗਾਂ ਜਿਹੜੀਆਂ ਸਾਰੀਆਂ ਕਾਰਵਾਈਆਂ। ਇਹ ਗੱਲ 1 ਜੂਨ ਦੀ ਹੈ ਜੀ। ਤਕਰੀਬਨ 6 ਮਹੀਨੇ ਬੀਤਣ ਤੋਂ ਬਾਅਦ, 5 ਮਹੀਨੇ ਬੀਤਣ ਤੋਂ 12 ਅਕਤੂਬਰ 2015 ਨੂੰ ਹੀ ਬਰਗਾੜੀ ਪਿੰਡ ਹੈ, ਹਾਂਜੀ, ਜਿਹੜਾ ਕੋਟਕਪੂਰੇ ਦੇ ਨੇੜੇ ਹੀ ਹੈ, ਉਸ ਪਿੰਡ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਉਸੇ ਬੀੜ ਦੇ ਪੰਨੇ ਕਹਿ ਲੋ, ਪੱਤਰੇ ਕਹਿ ਲੋ, ਅੰਗ ਕਹਿ ਲੋ, ਸਤਿਕਾਰ ਨਾਲ ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ,
ਉਹ ਅੰਗ, ਉਹ ਪੰਨੇ, ਉਹ ਪੱਤਰੇ ਪਾੜ ਕੇ ਪੂਰੀ ਤਰ੍ਹਾਂ ਰੂੜੀਆਂ ਤੇ ਸੁੱਟੇ ਗਏ ਜੀ, ਛੱਪੜ 'ਚ ਸੁੱਟੇ ਗਏ, ਨਾਲੀਆਂ 'ਚ ਸੁੱਟੇ ਗਏ। ਯਾਨੀ ਪੂਰੀ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹਦੇ ਬਾਰੇ ਜਿਹਨੂੰ ਵੇਖਿਆ ਹੋ ਜਿਹਨਾਂ ਲੋਕਾਂ ਨੇ, ਉਹਨਾਂ ਦੇ ਤਾਂ ਰੌਂਗਟੇ ਖੜੇ ਹੋ ਗਏ ਹੋਣਗੇ, ਉਹਨਾਂ ਦੇ ਮਨ 'ਚ ਤਾਂ ਗੁੱਸਾ ਆਇਆ ਹੋਊਗਾ, ਸੁਣ ਕੇ ਵੀ ਆਉਂਦਾ, ਚਾਹੇ ਜਿੱਥੇ ਅਸੀਂ ਮਰਜ਼ੀ ਬੈਠੇ ਹੋਈਏ। ਉਹ ਕਾਂਡ ਇਸ ਤਰੀਕੇ ਦਾ ਹੋਇਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਦੇਖੋ, ਜੇ ਘਰਾਂ ਦੇ ਵਿੱਚ ਪੁਰਾਣੇ ਗੁਟਕੇ ਹੁੰਦੇ ਸੀ ਜੀ, ਜੇ ਉਹਦਾ ਕਿਤੇ ਇੱਕ ਅੱਧਾ ਪੰਨਾ ਹਿੱਲ ਜਾਣਾ, ਹਾਂਜੀ ਧਾਗਾ ਜਿਹੜਾ ਜਿਹਦੇ ਨਾਲ ਉਹਨੂੰ ਸਟਿਚ ਕੀਤਾ ਹੁੰਦਾ ਜਾਂ ਬਾਈਂਡ ਕੀਤਾ ਹੁੰਦਾ, ਜਿਲਦ ਬੰਨੀ ਹੁੰਦੀ, ਤੇ ਅਸੀਂ 100 ਵਾਰੀ ਮਾਫੀ ਮੰਗਦੇ ਹਾਂ ਗੁਟਕਾ ਸਾਹਿਬ ਤੋਂ, 100 ਵਾਰੀ ਮਾਫੀ ਮੰਗਦੇ ਹਾਂ ਕਿ ਅਸੀਂ ਉਹਨਾਂ ਦੀ ਦੇਖਭਾਲ ਉਸ ਤਰੀਕੇ ਨਾਲ ਨਹੀਂ ਕਰ ਸਕੇ, ਸਤਿਕਾਰ ਨਹੀਂ ਕਰ ਸਕੇ। ਫਿਰ ਘਰਾਂ ਵਿੱਚ ਵੀ ਅਸੀਂ ਉਹਨਾਂ ਨੂੰ ਛੋਟਿਆਂ ਰੁਮਾਲਿਆਂ ਵਿੱਚ ਸਤਿਕਾਰ ਨਾਲ ਰੱਖਦੇ ਹੈਗੇ। ਤੇ ਗੁਰੂ ਗ੍ਰੰਥ ਸਾਹਿਬ ਦੀ ਉਹ ਬੀੜ ਨੂੰ ਇਸ ਤਰੀਕੇ ਨਾਲ ਬੇਅਦਬੀ ਉਹਦੀ ਕੀਤੀ ਗਈ, ਤੇ ਉਹਦਾ ਪੰਨਾ ਪੰਨਾ ਪਾੜਤਾ ਗਿਆ, ਉਹਦਾ ਅੰਗ ਅੰਗ ਜਿਹੜਾ ਪਾੜਤਾ ਗਿਆ ਕਰਕੇ ਉਹਨੂੰ ਰੂੜੀਆਂ ਤੇ ਸੁੱਟਿਆ ਗਿਆ। ਰੂੜੀਆਂ ਤੇ ਕੀ ਸੁੱਟੀਦਾ ਜੀ? ਘਰ ਦਾ ਵਾਧੂ ਗੰਦਮੰਦ, ਉਸੇ ਗੰਦਮੰਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪੱਤਰੇ ਅੰਗ ਸੁੱਟੇ ਗਏ। ਇਹ 12 ਅਕਤੂਬਰ 2015 ਨੂੰ ਪਤਾ ਲੱਗਾ, ਜਦੋਂ ਕਿ ਘਟਨਾ ਇਹ 1 ਜੂਨ 2015 ਦੀ ਸੀ, ਚੋਰੀ ਵਾਲੀ। 1 ਜੂਨ 2015 ਨੂੰ ਵੀ ਪੰਜਾਬ ਵਿੱਚ ਮੁੱਖ ਮੰਤਰੀ ਬਾਦਲ ਸੀ, 12 ਅਕਤੂਬਰ 15 ਨੂੰ ਵੀ ਮੁੱਖ ਮੰਤਰੀ ਬਾਦਲ ਸੀ। ਜੇ ਚੋਰੀ ਦੀ ਰਿਪੋਰਟ ਦਰਜ ਹੋ ਗਈ ਸੀ ਤਾਂ ਕਿਉਂ ਨਹੀਂ ਲੱਭਿਆ ਗਿਆ? ਬਿਲਕੁਲ ਕਿੱਡਾ ਕੁ ਕੰਮ ਆ ਜੀ ਇਹ, ਕਿ ਉਹ ਤੁਹਾਨੂੰ ਲੱਭੀ ਨਹੀਂ ਗਈ ਬੀੜ ਕੇ। ਜੇ ਚਾਹੁੰਦੇ, ਜੇ ਮਨ ਵਿੱਚ ਉਹ ਸਤਿਕਾਰ ਹੁੰਦਾ, ਸਰਕਾਰ ਦੀਆਂ ਐਡੀਆਂ ਏਜੰਸੀਆਂ ਉਹਨਾਂ ਨੂੰ ਐਡੀਆਂ ਵੱਡੀਆਂ ਵੱਡੀਆਂ ਮੋਟੀਆਂ ਤਨਖਾਹਾਂ ਦਿੱਤੀਆਂ, ਕੰਮ ਕੀ ਲੈਣੇ ਕੰਮ? ਹਾਂ, ਉਹਨਾਂ ਕੋਲ ਕੰਮ ਨਹੀਂ ਲਿਆ ਗਿਆ, ਜਾਂ ਨੀਅਤ ਸਾਫ਼ ਹੋਵੇ ਤਾਂ ਹੀ ਆ ਨਾ ਜੀ। ਨੀਅਤ ਸਾਫ਼ ਨਹੀਂ, ਤੇ 4-5 ਮਹੀਨੇ ਬਾਅਦ ਉਹ ਦੁਰਦਸ਼ਾ ਜੋ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ, ਜਾਣ ਬੁੱਝ ਕੇ ਕੀਤੀ ਗਈ, ਉਹ ਸਾਰਿਆਂ ਸਾਹਮਣੇ ਇੱਥੋਂ ਮੁੱਢ ਵੱਜਿਆ ਜੀ। ਇਸ ਘਟਨਾ ਦਾ ਸਾਰੀ ਦਾ ਮੁੱਢ ਵੱਜਿਆ। ਔਰ 14 ਅਕਤੂਬਰ ਨੂੰ, 12 ਨੂੰ ਇਹ ਗੱਲ ਸਾਹਮਣੇ ਆ ਗਈ, 14 ਅਕਤੂਬਰ ਨੂੰ ਲੋਕਾਂ ਨੇ, ਆਮ ਲੋਕਾਂ ਨੇ, ਤੁਸੀਂ ਸੰਗਤ ਕਹਿ ਸਕਦੇ, ਸੰਗਤ ਨੇ, ਜਿਹੜੇ ਸਿੱਖ ਭਾਈਚਾਰੇ ਦੇ ਲੋਕ ਹੈ, ਉਹਨਾਂ ਨੇ ਰੋਸ ਪ੍ਰਗਟ ਕਰਨ ਵਾਸਤੇ ਧਰਨਾ ਮਾਰਿਆ ਕੋਟਕਪੂਰੇ। ਉਹਨਾਂ ਨੇ, ਹਾਂਜੀ, ਉੱਥੇ ਧਰਨਾ ਮਾਰਿਆ। ਉੱਥੇ ਪੁਲਿਸ ਜਿਹੜੀ ਆ ਉਹਨੇ ਲਾਠੀ ਚਾਰਜ ਕੀਤਾ, ਗੋਲੀ ਕਾਂਡ ਵੀ ਹੋਇਆ, ਗੋਲੀ ਚੱਲ ਗਈ। 2 ਮੁੰਡੇ ਜਿਹੜੇ ਸੀ ਨੌਜਵਾਨ, ਉਹ ਸ਼ਹੀਦ ਹੀ ਕਹਿਣਾ ਚਾਹੀਦਾ ਉਹਨਾਂ ਨੂੰ, ਜੋ ਚੰਗੇ ਕਾਜ ਵਾਸਤੇ ਉਹਨਾਂ ਨੇ ਆਪਣੀ ਜਾਨ ਗਵਾਈ ਹੈ, ਤੇ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਦੇਣਾ ਚਾਹੀਦਾ। ਠੀਕ ਹੈ ਜੀ। ਉਹ ਵੈਸੇ ਸਾਡੇ ਰਾਜਨੀਤਿਕ ਬੰਦੇ ਜਿਹੜੇ ਆ, ਉਹ ਉਂਝ ਭਾਵੇਂ ਸ਼ਹੀਦ ਕਹੀ ਜਾਣ, ਪਰ ਦਿੰਦੇ ਲੈਂਦੇ ਕੱਖ ਨਹੀਂ ਹੁੰਦੇ। ਠੀਕ ਹੈ ਜੀ। ਉਹ ਭੁੱਲ ਭੁਲਾ ਜਾਂਦੇ ਆ। ਇਹ ਘਟਨਾ ਵੀ ਭੁੱਲ ਭੁਲਾ ਦੇਣੀ ਉਹਨਾਂ ਨੇ, ਇਹ ਬਹੁਤਾ ਲੰਮਾ ਸਮਾਂ ਰਹਿਣੀ ਨਹੀਂ। ਜੇ ਰਹਿਣੀ ਰੱਖਣੀ ਹੁੰਦੀ, ਇਮਾਨਦਾਰੀ ਹੁੰਦੀ, ਤੇ ਘਟਨਾ ਵਾਪਰਦੀ ਨਹੀਂ। ਠੀਕ ਹੈ ਜੀ। ਇਹ 14 ਅਕਤੂਬਰ 2015 ਦੀ ਗੱਲ ਹੈ। 18 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਲੋਕਾਂ ਦੇ ਹੰਝੂ ਪੁੰਝਣ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ, ਉਹ ਵੀ ਬਾਦਲ ਦਾ ਰਾਜ ਸੀ। ਉਸ ਤੋਂ ਬਾਅਦ 24 ਅਕਤੂਬਰ ਨੂੰ ਡੀਜੀਪੀ ਜਿਹੜਾ ਸੀਗਾ ਉਸ ਮੌਕੇ ਤੇ ਸੁਮੇਧ ਸੈਣੀ, ਕਿਉਂਕਿ ਮੁਖੀ ਹੈ, ਸਾਰਿਆਂ ਦੀਆਂ ਨਜ਼ਰਾਂ ਉਹਦੇ ਤੇ ਜਾਂਦੀਆਂ, ਜ਼ਿੰਮੇਵਾਰੀ ਉਹਦੇ ਤੇ ਬਣਦੀ ਹੈ, ਉਹਨੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇ ਦਿੱਤਾ ਜਾਂ ਦਬਾ ਦਿੱਤਾ, ਜੋ ਵੀ ਹੋਇਆ। ਠੀਕ ਹੈ ਜੀ। ਉਹਨੂੰ ਹਟਾ ਦਿੱਤਾ ਗਿਆ। ਇਸ ਤਰੀਕੇ ਨਾਲ ਗੱਲ ਆਉਂਦੀ ਹੈ। ਤੇ ਉਹਨਾਂ ਨੇ, ਉਸ ਵੇਲੇ ਦੀ ਸਰਕਾਰ ਨੇ, ਇੱਕ ਜਸਟਿਸ ਜੋਰਾ ਸਿੰਘ ਹੋਏ ਆ, ਜਿਹੜੇ ਬਾਅਦ ਚ ਵੈਸੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ। ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਾ ਦਿੱਤਾ। ਜਸਟਿਸ ਜੋਰਾ ਸਿੰਘ ਨੇ ਜਿਹੜੀ ਸੀਗੀ, ਉਹ ਪੂਰੀ ਪੁਣ ਛਾਣ ਕੀਤੀ, ਇਨਕੁਆਇਰੀ ਕੀਤੀ, ਰਿਪੋਰਟ ਵੀ ਸਰਕਾਰ ਨੂੰ ਸਬਮਿਟ ਕੀਤੀ। ਉਹਦੀ ਕਿੰਨੀ ਕੁ ਉਹਦੇ ਬਾਰੇ ਸਰਕਾਰ ਸੰਜੀਦਾ, ਉਹ ਤੋਂ ਇਹ ਲੱਗਦਾ ਕਿ ਉਹਦੀ ਰਿਪੋਰਟ ਕਿਸੇ ਨੇ ਲਈ ਨਹੀਂ। ਉਹ ਮਿੰਨਤਾਂ ਕਰਦਾ ਫਿਰਦਾ ਕਿ ਆਹ ਦੇਖੋ ਮੈਂ ਰਿਪੋਰਟ ਤਿਆਰ ਕਰ ਲਈ ਆ, ਤੇ ਤੁਸੀਂ ਇਹ ਲੈ ਤਾਂ ਲਵੋ, ਇਹ ਤੇ ਕਾਰਵਾਈ ਕਰਨੀ ਕਰੋ, ਨਹੀਂ ਤੇ ਨਾ ਕਰੋ, ਮੇਰੇ ਕੋਲ ਰਿਪੋਰਟ ਤਾਂ ਲੈ ਲਓ। ਉਹਦੇ ਕੋਲ ਕਿਸੇ ਰਿਪੋਰਟ ਨੇ ਲਈ। ਉਸ ਆਫਿਸ ਦੇ ਇੱਕ ਕਲਰਕ ਨੇ ਉਹ ਰਿਪੋਰਟ ਕਿਹਾ, ਜੀ ਬਾਬਾ ਜੀ ਆ ਗਏ, ਉੱਥੇ ਰੱਖ ਦਿਓ ਜੀ, ਕੋਈ ਨਹੀਂ, ਆ ਗਈ, ਸਮਝ ਲਓ ਆ ਗਈ, ਤੁਹਾਡਾ ਕੰਮ ਖਤਮ, ਜਾਓ ਕਰਨਾ। ਇਹ ਸੰਜੀਦਗੀ ਹੈ ਸਾਡੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪ੍ਰਤੀ ਸਾਡੀ ਸੰਜੀਦਗੀ ਹੈ। ਜੇ ਅਸੀਂ ਆਪਦੇ ਹੱਥੀਂ
ਇੱਕ ਬੰਦੇ ਨੂੰ, ਇੱਕ ਵਿਅਕਤੀ ਨੂੰ, ਜ਼ਿੰਮੇਵਾਰ ਬੰਦੇ ਨੂੰ, ਜਸਟਿਸ ਹੈ, ਜੱਜ ਹੈ, ਸਾਬਕਾ ਜੱਜ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ, ਉਹਨੂੰ ਅਸੀਂ ਜ਼ਿੰਮੇਵਾਰੀ ਸੌਂਪੀ ਹੈਗੀ ਆ, ਤੇ ਜੇ ਉਹਨੇ ਰਿਪੋਰਟ ਤਿਆਰ ਕੀਤੀ ਤੇ ਅਸੀਂ ਉਹਨੂੰ ਰਿਪੋਰਟ ਨੂੰ ਲੈਣਾ ਹੀ ਨਹੀਂ, ਸਭ ਹੱਥ 'ਚ ਫੜਨਾ ਹੀ ਨਹੀਂ ਚਾਹੁੰਦੇ, ਉਹ ਤੇ ਕਾਰਵਾਈ ਤਾਂ ਕੀ ਹੋਣੀ, ਉਹਨੂੰ ਪੜ੍ਹਨਾ ਤੇ ਕੀ ਹੈਗਾ, ਉਹਨੂੰ ਕਿਸੇ ਨੇ ਪੜ੍ਹਿਆ ਕਿ ਨਹੀਂ ਪੜ੍ਹਿਆ ਮੈਨੂੰ ਨਹੀਂ ਪਤਾ। ਉਸ ਤੋਂ ਬਾਅਦ ਕੀ ਹੋਇਆ ਜੀ, 14 ਅਪ੍ਰੈਲ 2017 ਯਾਨੀ ਉਸ ਘਟਨਾ ਵਾਪਰੀ ਤੋਂ ਤਕਰੀਬਨ 2 ਸਾਲ ਬਾਅਦ 14 ਅਪ੍ਰੈਲ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਸਰਕਾਰ ਬਣੀ ਸੀ, ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ 2 ਕੰਮ ਹੀ ਕਰਨਾ, ਇੱਕ ਉਹਨਾਂ ਕਿਹਾ ਸੀ ਜੀ ਇਹ ਬੇਅਦਬੀ ਕਾਂਡ ਜਿਹੜਾ ਹੋਇਆ ਮੈਂ ਇਹਦੀ ਜਾਂਚ ਕਰੂੰਗਾ, ਦੋਸ਼ੀ ਬਖਸ਼ੇ ਨਹੀਂ ਜਾਣਗੇ, ਜੋ ਮਰਜ਼ੀ ਹੋ ਜਾਏ। ਦੂਜਾ ਸੀਗਾ ਕਿ ਜਿਹੜੀ ਨਸ਼ੇ ਹੈਗੇ ਆ ਉਹ ਪੰਜਾਬ ਦੇ ਵਿੱਚੋਂ ਅਸੀਂ ਗੁਟਕਾ ਸਾਹਿਬ ਨੇ ਤਾਂ ਮੱਥੇ ਨੂੰ ਲਾ ਕੇ ਤੇ ਸਹੁੰ ਖਾ ਕੇ ਕਹਿੰਦੇ ਸੀ ਤੇ ਮੈਂ 4 ਹਫ਼ਤਿਆਂ 'ਚ ਸਫਾਇਆ ਕਰ ਦੂੰ ਸਾਰਾ ਕੁਛ, ਨਸ਼ਿਆਂ ਦਾ ਨਾਂ ਨਹੀਂ ਤੁਸੀਂ ਸੁਣੋਗੇ ਪੰਜਾਬ ਵਿੱਚ। 4 ਸਾਲ ਹੋ ਗਏ, 4 ਹਫ਼ਤੇ ਦੀ ਗੱਲ ਕੀਤੀ ਸੀ। ਠੀਕ ਹੈ ਜੀ, ਅਜੇ ਤਾਂ ਪਤਾ ਨਹੀਂ ਕਿੰਨੇ ਹੋਰ ਹੋਣੇ। ਠੀਕ ਹੈ ਜੀ, ਜਿਹੜੇ ਨਵੇਂ ਆਉਣਗੇ ਉਹਨਾਂ ਨੇ ਵੀ ਇਹ ਕੁਛ ਹੀ ਕਰਨਾ। ਉਹ 2 ਮੁੱਦਿਆਂ ਤੇ ਉਹਨਾਂ ਨੇ ਇਲੈਕਸ਼ਨ ਜਿੱਤੀ ਸੀ, ਲੜੀ ਨਹੀਂ, ਜਿੱਤੀ ਸੀ 2 ਮੁੱਦਿਆਂ ਤੇ। ਔਰ ਉਹ ਜਿਹੜਾ ਪਹਿਲਾ ਮੁੱਦਾ ਸੀਗਾ ਉਹ ਸੀਗਾ ਬੇਅਦਬੀ ਕਾਂਡ ਦੇ ਉੱਤੇ ਕਾਰਵਾਈ ਕਰਨਾ, ਅੰਦਰ ਕਰਨਾ। ਉਹਨਾਂ ਨੇ ਉਹਦੇ ਲਈ ਇੱਕ ਹੋਰ ਜਸਟਿਸ, ਉਹ ਵੀ ਸੀਨੀਅਰ ਜਸਟਿਸ ਸੀਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਜਸਟਿਸ ਰਣਜੀਤ ਸਿੰਘ, ਉਹਨਾਂ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਾਤਾ, ਯਾਨੀ ਉਹ 1 ਮੈਨ ਕਮਿਸ਼ਨ ਹੀ ਸੀਗਾ। ਉਹਨਾਂ ਨੂੰ ਪੂਰੇ ਅਧਿਕਾਰ ਦਿੱਤੇ, ਜਿਹਨੂੰ ਮਰਜ਼ੀ ਕਰੋ। ਉਹਨਾਂ ਨੇ ਵੀ ਆਪਣੇ ਜਿੱਤੋਂ ਕੋਈ ਘੱਟ ਨਹੀਂ ਕੀਤਾ। ਉਹ ਰਿਪੋਰਟ ਆ ਗਈ। ਰਿਪੋਰਟ ਜਦੋਂ ਉਹ 30 ਜੂਨ 2018 ਤਕਰੀਬਨ 1.25 ਸਾਲ ਬਾਅਦ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਦੇ ਦਿੱਤੀ, ਪੰਜਾਬ ਸਰਕਾਰ ਨੂੰ ਸੌਂਪਤੀ। ਪੰਜਾਬ ਸਰਕਾਰ ਤਾਂ ਖਿੜ ਗਈ, ਕਾਂਗਰਸੀ ਤਾਂ ਖਿੜ ਗਏ। ਲਓ ਜੀ, ਹੁਣ ਅਸੀਂ ਇਹ ਜਿਹੜੇ ਵਿਰੋਧੀ ਹੈਗੇ ਆ, ਜਿਨ੍ਹਾਂ ਦੇ ਰਾਜ ਵਿੱਚ ਇਹ ਸਾਰਾ ਕੁਝ ਘਟਨਾਕ੍ਰਮ ਹੋਇਆ, ਅਸੀਂ ਤਾਂ ਫੜ ਕੇ ਮਾਰ ਦੇਣਾ। ਉਹਦੇ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਿਆ ਗਿਆ। ਭਾਵੇਂ ਅਕਾਲੀ ਉਹਦੇ ਵਿੱਚੋਂ ਨਹੀਂ ਗਏ, ਵਾਕਆਊਟ ਕਰਿਆ, ਪਰ ਜਿਸ ਸ਼ਿੱਦਤ ਨਾਲ, ਜਿਸ ਜੋਸ਼ ਨਾਲ ਉਸ ਰਿਪੋਰਟ ਦੇ ਕੁਝ ਅੰਗ ਪੜ੍ਹ ਕੇ ਸੁਣਾਏ ਗਏ, ਕਹਿੰਦੇ ਕਹਾਉਂਦੇ MLA ਜਾਂ ਹੋਰ ਜਿਹੜੇ ਮੰਤਰੀ ਸੀਗੇ, ਮੰਤਰੀ ਸ਼ੰਤਰੀ ਸੀ, ਉਹਨਾਂ ਨੇ ਪੜ੍ਹ ਕੇ ਸੁਣਾਏ। ਇਦਾਂ ਲੱਗਦਾ ਸੀਗਾ ਕਿ ਫੈਸਲਾ ਤਾਂ ਹੋ ਗਿਆ, ਹੁਣ ਤਾਂ ਗੱਲ ਬਣ ਗਈ। ਠੀਕ ਹੈ ਜੀ। ਉਦੋਂ ਪਹਿਲਾਂ ਵੈਸੇ ਇਹ ਕੇਸ CBI ਕੋਲ ਚਲਾ ਗਿਆ ਸੀਗਾ, ਤੇ ਉਸ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੇ ਵਿੱਚ ਉਹ ਗੱਲਾਂ ਜਿਹੜੀਆਂ ਸੀਗੀਆਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀਆਂ, ਉਹ ਹਾਈਲਾਈਟ ਕੀਤੀਆਂ ਗਈਆਂ। ਵਿਰੋਧੀਆਂ ਨੂੰ ਪੂਰਾ ਰਗੜਾ ਫੇਰਿਆ ਗਿਆ। ਉਹ ਪਹਿਲੀ ਵਾਰੀ ਹੋਇਆ ਜਦੋਂ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਤੇ ਉਹ ਲਾਈਵ ਲੋਕੀ ਵੇਖ ਰਹੇ ਆ, ਬੜੇ ਜਿਹੜੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੋ ਰਹੀ ਹੈ। ਨਾਲ ਹੀ ਇਹ ਫੈਸਲਾ ਕਰ ਲਿਆ ਗਿਆ ਕਿ ਇਹਦੇ ਲਈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਊਗੀ। ਮੈਨੂੰ ਨਹੀਂ ਸਮਝ ਲੱਗਦੀ ਕਿ ਜਸਟਿਸ ਨੇ ਫਿਰ ਕੀ ਕੀਤਾ। ਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਫੇਰ ਬਣਾਉਣੀ ਸੀ ਤੇ ਜਸਟਿਸ ਦਾ ਟਾਈਮ ਕੱਲ੍ਹ ਹੀ ਖਰਾਬ ਕੀਤਾ। ਉਹ ਜਸਟਿਸ ਨੇ ਜਦੋਂ ਆਪਣੀ ਰਿਪੋਰਟ ਜਸਟਿਸ ਰਣਜੀਤ ਸਿੰਘ ਨੇ ਦੇ ਦਿੱਤੀ, ਉਸ ਤੋਂ ਬਾਅਦ ਫਿਰ ਹੋਰ ਟੀਮ ਬਣਾਉਣ ਦੀ ਕੀ ਲੋੜ ਪਈ ਸੀ। ਨਾਲ ਦੀ ਨਾਲ ਇਹ ਫੈਸਲਾ ਕਰਤਾ। ਉਹਦੇ ਪਿੱਛੇ ਕਾਰਨ ਮੈਨੂੰ ਲੱਗਦਾ ਕਿ ਅਸੀਂ CBI ਤੋਂ ਇਨਕੁਆਇਰੀ ਨਹੀਂ ਕਰਾਉਣੀ। CBI ਜਿਹੜੀ ਹੈ, ਸਾਨੂੰ ਉੱਤੇ ਭਰੋਸਾ ਨਹੀਂ। ਸਾਡੀ ਤਾਂ ਪੰਜਾਬ ਪੁਲਿਸ ਬੜੇ ਵੱਡੇ ਕਾਬਲ ਅਫਸਰ ਹੈਗੇ, ਅਸੀਂ ਉਹਨਾਂ ਕੋਲ ਰਿਪੋਰਟ ਕਰਾ ਲਾਂਗੇ। 28 ਅਗਸਤ ਨੂੰ ਪੰਜਾਬ ਵਿਧਾਨ ਸਭਾ 'ਚ ਰਿਪੋਰਟ ਤੇ ਇਹ ਬਹਿਸ ਹੋਈ ਸੀਗੀ। CBI ਤੋਂ ਕੇਸ ਵਾਪਸ ਲੈ ਲਿਆ ਸੀਗਾ। 10 ਸਤੰਬਰ 2016 ਨੂੰ 18 ਤਕਰੀਬਨ ਕੱਲ 2.5 ਸਾਲ ਪਹਿਲਾਂ ਜਿਹੜਾ ਸੀਗਾ, ਉਹ ਪ੍ਰਬੋਧ ਚੰਦਰ ਪੁਲਿਸ ਅਫਸਰ ADGP ਅਸਿਸਟੈਂਟ ਐਡੀਸ਼ਨਲ DGP ਜਿਹੜੇ ਸੀਗੇ, ਉਹਨਾਂ ਨੂੰ ਉਹਨਾਂ ਦੀ ਅਗਵਾਈ ਹੇਠ ਇੱਕ ਟੀਮ ਬਣਾ ਦਿੱਤੀ, ਜਿਹਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਹਿੰਦੇ, ਜਿਹਦੇ 'ਚ ਕੁੰਵਰ ਵਿਜੇ ਪ੍ਰਤਾਪ ਵੀ ਇੱਕ ਜ਼ਿੰਮੇਵਾਰ ਅਧਿਕਾਰੀ ਸੀ, ਹੋਰ ਵੀ 3-4 ਸੀ ਜਿਨ੍ਹਾਂ ਦੇ ਨਾਂ ਅਸੀਂ ਸੁਣੇ ਨੇ। ਔਰ ਪ੍ਰਬੋਧ ਚੰਦਰ ਕਿੱਥੇ ਗਏ? ਕੋਈ ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਭਾਈ ਮੇਰੇ ਤੇ ਇਹ ਜ਼ਿੰਮੇਵਾਰੀ ਨਾ ਪਾਓ, ਮੇਰੇ ਕੋਲੋਂ ਹੋਣਾ ਨਹੀਂ। ਇਹਦਾ ਮਤਲਬ ਕੰਮ ਕੋਈ ਖਾਸ ਸੀਗਾ ਜਿਹੜਾ ਨੇ ਕਹਿਤਾ ਹੋਣਾ ਨਹੀਂ। ਤੇ ਫਿਰ ਜੇ ਕੁੰਵਰ ਵਿਜੇ ਪ੍ਰਤਾਪ ਨੇ ਇਹ ਜ਼ਿੰਮੇਵਾਰੀ ਚੁੱਕ ਲਈ, ਉਹਨੂੰ ਕੋਆਪਰੇਟ ਕਿਉਂ ਨਾ ਕੀਤਾ ਗਿਆ? ਨਾ ਸਰਕਾਰ ਵੱਲੋਂ ਕੀਤਾ ਗਿਆ, ਨਾ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਗਿਆ, ਨਾ ਵਕੀਲਾਂ ਵੱਲੋਂ ਕੀਤਾ ਗਿਆ। ਉਹਨੂੰ ਪੂਰੀ ਤਰ੍ਹਾਂ ਉਹ ਖੁਦ ਕਹਿ ਰਿਹਾ, ਚੀਖ ਕੇ ਕਹਿ ਰਿਹਾ ਪ੍ਰੈਸ ਵਿੱਚ ਕਿ ਮੈਨੂੰ ਟਾਰਚਰ ਕੀਤਾ ਗਿਆ, ਮੇਰੇ ਤੇ ਜ਼ੁਲਮ ਕੀਤਾ ਗਿਆ। ਔਰ ਉਹ ਸਾਰਾ ਕੁਝ ਜਿਸ ਤਰੀਕੇ ਨਾਲ ਹੋਇਆ, ਉਹ ਉਸ ਸਮੇਂ ਦੌਰਾਨ ਜਦੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨੇ ਵੱਖਰੇ 9 ਜਿਹੜੇ ਸੀਗੇ ਚਲਾਨ ਅਦਾਲਤ 'ਚ ਪੇਸ਼ ਕੀਤੇ। ਹਰ ਚਲਾਨ 'ਚ ਨਵੀਂ ਗੱਲ, ਅੱਖਾਂ ਖੋਲਣ ਵਾਲੀ ਗੱਲ। ਲੱਗਦਾ ਸੀਗਾ ਕਿ ਇਨਸਾਫ ਜਿਹੜਾ ਮਿਲ ਗਿਆ, ਪਰ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਸਾਰਾ ਕੁਝ ਪੂੰਝ ਕੇ ਛੱਡਤਾ,
ਉਹ ਤੋਂ ਲੱਗਦਾ ਕਿ ਇਨਸਾਫ ਅੱਗੇ ਵੀ ਲੋਕਾਂ ਨੂੰ ਨਹੀਂ ਮਿਲਿਆ, ਗਾਂਹ ਨਹੀਂ ਮਿਲਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਆਪਣੀ ਰਿਪੋਰਟ ਆ ਜਿਹੜੀ ਦੁਨੀਆ ਦੇ ਸਾਹਮਣੇ ਰੱਖਤੀ ਸਾਰੀ ਫਰੋਲ ਕੇ, ਸ਼ੁਰੂ ਤੋਂ ਲੈ ਕੇ ਹੁਣ ਤੱਕ ਨਵੇਂ ਅੱਜ ਜਿਹੜੇ ਕੋਰਟ ਨੇ ਫੈਸਲੇ ਕੀਤੇ ਉਹਦੇ ਬਾਰੇ ਵੀ ਤੁਸੀਂ ਬੜੀ ਵਿਸਥਾਰਪੂਰਵਕ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਹੈ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਊਠ ਕਿਸ ਕਰਵਟ ਬੈਠਦਾ, ਅਗਲੀਆਂ ਨਵੀਆਂ ਸੈੱਟਾਂ ਜਿਹੜੀਆਂ ਬਣਾਉਣਗੇ ਉਹਦੀਆਂ ਕੀ ਰਿਪੋਰਟਾਂ ਆਉਣਗੀਆਂ। ਗੱਲ ਲੰਬੀ ਹੁੰਦੀ ਦਿਸ ਰਹੀ ਆ। ਬਾਕੀ ਜਿਵੇਂ ਜਿਵੇਂ ਕੋਈ ਰਿਪੋਰਟਾਂ ਆਉਣਗੀਆਂ ਅਸੀਂ ਤੁਹਾਨੂੰ ਫਿਰ ਯਾਦ ਕਰਦੇ ਰਹਾਂਗੇ, ਤੁਹਾਨੂੰ ਫਿਰ ਸਟੂਡੀਓ ਦੇ ਵਿੱਚ ਬੁਲਾਵਾਂਗੇ। ਤਦ ਤੱਕ ਦੇ ਲਈ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਆਗਿਆ ਦਿਓ। ਮਿਹਰਬਾਨੀ ਜੀ। ਤੇ ਨਵੀਂ ਜਾਣਕਾਰੀ ਲਈ ਫਿਰ ਆਪਾਂ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਰਦਾਰ MP ਸਿੰਘ ਜੀ। ਤੇ ਨਵੀਆਂ ਜਾਣਕਾਰੀਆਂ ਦੇ ਲਈ, ਨਵੀਆਂ ਖਬਰਾਂ ਦੇ ਲਈ, ਨਵੀਆਂ ਅਪਡੇਟਸ ਦੇ ਲਈ ਅਸੀਂ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਅਤੇ ਸਰਦਾਰ MP ਸਿੰਘ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼। ਸਤਿ ਸ਼੍ਰੀ ਅਕਾਲ।